ਹੈਲੋ ਸਟੂਡੈਂਟਸ, ਵੈਲਕਮ ਔਨ ਯਦੂ ਐਜੂਕੇਸ਼ਨ। ਹਾਂਜੀ, ਯਦੂ ਐਜੂਕੇਸ਼ਨ ਦੇ ਪਲੇਟਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਕਰਨ ਜਾ ਰਹੇ ਹਾਂ ਸਾਡਾ ਪ੍ਰੀਵੀਅਸ ਈਅਰ ਕੁਐਸਚਨ ਨੇ ਜਿਹੜੇ ਪੀਐਸ ਟੈਟ 1 ਵਿੱਚ ਆਏ ਹੋਏ ਨੇ, ਜਿਹੜੇ ਫਰਵਰੀ 2018 ਦਾ ਪੇਪਰ। ਠੀਕ ਹੈ, ਫਸਟ ਕੁਐਸਚਨ ਵੇਖਦੇ ਹਾਂ। ਵਿਚ ਆਫ ਦਾ ਫੋਲੋਇੰਗ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਅਕਵਾਇਰਿੰਗ ਸੈਕੰਡ ਲੈਂਗੁਏਜ। ਸੈਕੰਡ ਲੈਂਗੁਏਜ ਨੂੰ ਅਕਵਾਇਰ ਕਰਨ ਦੇ ਵਿੱਚ, ਠੀਕ ਹੈ, ਇਹਨਾਂ ਵਿੱਚੋਂ ਕਿਸ ਦਾ ਮਤਲਬ ਮੇਨ ਰੋਲ ਹੁੰਦਾ ਹੈਗਾ। ਠੀਕ ਹੈ, ਕੰਪਰੀਹੈਂਸਿਵ ਇਨਪੁਟ। ਫਸਟ ਆਪਸ਼ਨ ਕਹਿੰਦੀ ਹੈਗੀ ਕੰਪਰੀਹੈਂਸਿਵ ਇਨਪੁਟ। ਸੈਕੰਡ ਆਪਸ਼ਨ ਹੈ ਨੈਚੁਰਲ ਐਂਡ ਕਮਿਊਨੀਕੇਸ਼ਨ ਫਰੈਂਡਲੀ ਐਨਵਾਇਰਨਮੈਂਟ। ਠੀਕ ਹੈ, ਤੇ ਇਹਦੀ ਮਿਸਟੇਕ ਹੋਈ ਪਈ ਥੋੜੀ ਜਿਹੀ, ਇਨਵਾਇਰਨਮੈਂਟ ਆਉਣਾ ਸੀ ਇੱਥੇ। ਠੀਕ ਹੈ, neither A and B, both A and B। ठीक है, तो आप देखना भी मेन रोल किस चीज़ का है सैकेंड लैंगुएज ਨੂੰ ਅਕਵਾਇਰ ਕਰਨ ਦੇ ਵਿੱਚ। ਤਾਂ ਇਹ ਸਾਡੀ ਆਪਸ਼ਨ ਬਣੇਗੀ ਇਹਦੇ ਵਿੱਚ ਡੀ ਆਪਸ਼ਨ ਜਿਹੜੀ ਹੈਗੀ ਬਿਲਕੁਲ ਸਹੀ ਬਣਦੀ ਹੈ ਜੀ। ਇਹਦੇ ਵਿੱਚ ਕੰਪਰੀਹੈਂਸਿਵ ਇਨਪੁਟ, ਬੱਚੇ ਦੀ ਸਮਝ ਦੇ ਮੁਤਾਬਕ ਉਹਨੂੰ ਇਨਪੁਟ ਦੇਣੀ ਹੈ ਨਾ, ਜਿੰਨਾ ਕੁ ਬੱਚਾ ਸਮਝ ਸਕਦਾ, ਕੰਪਰੀਹੈਂਡ ਕਰ ਪਾਉਂਦਾ ਹੈਗਾ ਉਹਨੇ ਦੇ। ਤੇ ਸਾਡਾ ਜਿਹੜਾ ਕਮਿਊਨੀਕੇਸ਼ਨ ਹੈਗਾ ਉਹ ਨੈਚੁਰਲ ਹੋਣਾ ਚਾਹੀਦਾ ਹੈਗਾ। এনवायरमेंट ਸਾਡਾ ਜਿਹੜਾ ਹੋਣਾ ਚਾਹੀਦਾ ਹੈਗਾ ਕਮਿਊਨੀਕੇਸ਼ਨ ਕਰਨ ਦੇ ਲਈ ਉਹ ਬਈ ਨੈਚੁਰਲ ਹੋਣਾ ਚਾਹੀਦਾ ਹੈਗਾ। ਠੀਕ ਹੈ, ਤਾਂ ਇਹ ਦੋਨੋਂ ਆਪਸ਼ਨਾਂ ਠੀਕ ਨੇਗੀਆਂ, ਤਾਂ ਇਸ ਦੇ ਲਈ ਬੋਥ A ਐਂਡ B ਸਾਡੀ ਆਪਸ਼ਨ ਆ ਜਾਏਗੀ। ਤਾਂ ਫੋਰਥ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ। ਨੈਕਸਟ ਹੈ ਰੀਡਿੰਗ ਐਜ਼ ਅ ਹੋਲਿਸਟਿਕ ਪ੍ਰੋਸੈਸ ਇਨਕਲੂਡਸ। ਹਾਂਜੀ, ਇੱਕ ਮਤਲਬ ਇੱਕ ਹੋਲ ਦੀ ਤਰ੍ਹਾਂ, ਮਤਲਬ ਕਿ ਪੂਰਾ ਜਦੋਂ ਅਸੀਂ ਪੜ੍ਹਨਾ ਗਾ ਨਾ, ਇੱਕ ਪੂਰਨ ਪ੍ਰੋਸੈਸ ਹੁੰਦਾ ਜਿਹੜਾ ਪੜ੍ਹਨ ਦਾ, ਰੀਡਿੰਗ ਦਾ, ਉਹਦੇ ਵਿੱਚ ਕੀ ਆ ਜਾਂਦਾ ਗਾ। ਉਹਦੇ ਵਿੱਚ ਸ਼ੇਪਸ ਆਫ ਲੈਟਰਸ ਐਂਡ ਦਾ ਸਾਊਂਡਸ ਲਿੰਕਡ ਵਿਦ ਦੈਮ। ਕਹਿੰਦੇ ਲੈਟਰਸ ਨੇ ਜਿਹੜੇ ਉਹਨਾਂ ਦੀ ਸ਼ੇਪ ਆ ਜਾਂਦੀਆਂ ਨੇਗੇ, ਤੇ ਉਹਨਾਂ ਦਾ ਜਿਹੜਾ ਸਾਊਂਡ ਆ ਜਾਂਦਾ ਗਾ ਲੈਟਰਸ ਦਾ ਕੀ ਹੈਗਾ। ਠੀਕ ਹੈ, ਮੀਨਿੰਗ ਆਫ ਵਰਡਸ, ਸੈਂਟੈਂਸਸ ਐਂਡ ਸੈਂਟੈਂਸ ਸਟਰਕਚਰਸ। ਸ਼ਬਦਾਂ ਦਾ ਮੀਨਿੰਗ, ਸੈਂਟੈਂਸਸ ਦਾ ਮੀਨਿੰਗ, ਤੇ ਜਿਹੜਾ ਸੈਂਟੈਂਸ ਦਾ ਕੀ ਸਟਰਕਚਰ ਹੈਗਾ, ਸਾਰਾ ਉਹਨਾਂ ਦਾ ਬੇਸ ਕੀ ਹੈਗਾ ਨਾ, ਉਹ ਇਹਦੇ ਵਿੱਚ ਆ ਜਾਂਦਾ ਰੀਡਿੰਗ ਦੇ ਵਿੱਚ। ਮਤਲਬ ਦਾ ਐਬਿਲਿਟੀ ਟੂ ਐਂਟੀਸਪੇਟ ਐਂਡ ਪ੍ਰੈਡਿਕਟ, ਮਤਲਬ ਕੀ ਹੈਗਾ ਪ੍ਰੈਡਿਕਸ਼ਨ ਕਰਨ ਦੀ, ਹੈ ਨਾ, ਭਵਿੱਖਬਾਣੀ ਕਰਨ ਦੀ। ਮਤਲਬ ਬੱਚਾ ਰੀਡਿੰਗ ਦੇ ਥਰੂ ਇਹ ਮਤਲਬ ਕੀ ਹੈ ਵੀ ਅੱਗੇ ਕੀ ਹੋਵੇਗਾ, ਹੈ ਨਾ, ਉਸ ਚੀਜ਼ ਨੂੰ ਪ੍ਰੈਡਿਕਟ ਕਰ ਪਾਵੇ, ਤਾਂ ਇਹ ਆ ਜਾਂਦਾ ਆਲ ਆਫ ਦੀ ਅਬਵ। ਤਾਂ ਅਸੀਂ ਦੇਖਦੇ ਜਦੋਂ ਇੱਕ ਹੋਲ ਐਜ਼ ਏ ਹੋਲ ਅਸੀਂ ਪੜ੍ਹ ਰਹੇ ਹਾਂਗੇ, ਹੈ ਨਾ, ਰੀਡਿੰਗ ਪ੍ਰੋਸੈਸ ਚੱਲ ਰਿਹਾ ਹੈਗਾ, ਤਾਂ ਉਹਦੇ ਵਿੱਚ ਸਾਰਾ ਹੀ ਹੈਗਾ ਲੈਟਰਸ ਦੀ ਸ਼ੇਪ ਵਗੈਰਾ, ਸਾਊਂਡ ਵਗੈਰਾ ਵੀ ਆਊਗਾ, ਉਹਨਾਂ ਦਾ ਮੀਨਿੰਗ ਵੀ ਦੇਖਾਂਗੇ, ਸਟਰਕਚਰ ਵੀ ਵੇਖਾਂਗੇ, ਪ੍ਰੈਡਿਕਸ਼ਨ ਵੀ ਉਹਦੇ ਵਿੱਚ ਹੋਏਗੀ। ਤਾਂ ਇਸ ਤਰ੍ਹਾਂ ਨਾਲ ਸਾਡੀ ਫੋਰਥ ਆਪਸ਼ਨ ਹੈ ਇਹਦੀ ਜੀ, ਆਲ ਆਫ ਦੀ ਅਬਵ। ਅਲੋਂਗ ਵਿਦ ਬੇਸਿਕ ਲੈਂਗੁਏਜ ਸਕਿੱਲਸ ਕਿਹੜੀਆਂ ਨੇ, ਦੇਖੋ LSR ਐਂਡ W, listening, speaking, reading and writing. Literature makes an important contribution in other areas of language including। ਤਾਂ ਇਹਦੇ ਵਿੱਚ ਦੱਸਿਆ ਹੈਗਾ ਮਤਲਬ ਇਹਨਾਂ ਬੇਸਿਕ ਜਿਹੜੀਆਂ ਸਕਿੱਲਸ ਨੇਗੀਆਂ, ਜਿਹੜੀਆਂ ਇਹਨਾਂ ਦੇ ਨਾਲ ਕੀ ਹੈਗਾ ਲਿਟਰੇਚਰ ਹੈ ਜਿਹੜਾ ਸਾਡਾ, ਹੈ ਨਾ, ਉਹਦੇ ਵਿੱਚ ਕੀ ਮਤਲਬ ਅਸੀਂ ਕੰਟਰੀਬਿਊਟ ਕੀਤਾ ਜਾਂਦਾ ਲਿਟਰੇਚਰ ਦੇ ਵਿੱਚ ਵੀ, ਹੈ ਨਾ, ਕਿਸ ਤਰ੍ਹਾਂ ਨਾਲ ਲੈਂਗੁਏਜ ਨੂੰ ਇਨਕਲੂਡ ਕਰਦੇ ਹੋਏ ਕੰਟਰੀਬਿਊਟ ਕੀਤਾ ਜਾਂਦਾ। ਵਰਡ ਮੀਨਿੰਗ ਐਂਡ ਗ੍ਰਾਮਰ, expressions and creative writing, both A and B, neither one or nor two। ठीक है, ਹਾਂਜੀ, ਤਾਂ ਇਹਦਾ ਆਨਸਰ ਆਊਗਾ ਦੇਖੋ ਵਰਡ ਮੀਨਿੰਗ ਵੀ ਵੇਖਿਆ ਜਾਂਦਾ, ਉਹਦੇ ਵਿੱਚ ਗ੍ਰਾਮਰ ਵੀ ਹੁੰਦੀ ਹੈ। ਠੀਕ ਹੈ, ਐਕਸਪ੍ਰੈਸ਼ਨਸ, ਕ੍ਰੀਏਟਿਵ ਰਾਈਟਿੰਗ ਸਾਡੀ ਜਿਹੜੀ ਹੈ, ਤਾਂ ਇਹਨਾਂ ਦੋਵਾਂ ਚੀਜ਼ਾਂ ਦੇ ਮੇਲ ਤੋਂ ਹੀ ਜਿਹੜੀ ਹੈਗੀ ਸਾਡੀ, ਹੈ ਨਾ, ਲੈਂਗੁਏਜ ਨੂੰ ਇਨਕਲੂਡ ਕੀਤਾ ਜਾਂਦਾ ਹੈਗਾ ਬੇਸਿਕ ਲੈਂਗੁਏਜ ਸਕਿੱਲਸ ਦੇ ਵਿੱਚ ਜਿਹਦਾ, ਹੈ ਨਾ। ਤਾਂ ਸਾਡੀ ਥਰਡ ਆਪਸ਼ਨ ਬਣਦੀ ਹੈ ਜਿਹਦੇ ਵਿੱਚ ਬੋਥ A ਐਂਡ B, ਵਰਡ ਮੀਨਿੰਗ ਐਂਡ ਗ੍ਰਾਮਰ ਵੀ ਆਊਗਾ, ਐਕਸਪ੍ਰੈਸ਼ਨ ਐਂਡ ਕ੍ਰੀਏਟਿਵ ਰਾਈਟਿੰਗ ਵੀ ਆਏਗਾ। ਵਿਚ ਆਫ ਦਾ ਫੋਲੋਇੰਗ ਇਜ਼ ਇਨਕਲੂਡ ਇਨ ਦਾ ਕੈਟਾਗਰੀ ਆਫ ਅਸੈਂਸ਼ੀਅਲ ਬੇਸਿਕ ਮਟੀਰੀਅਲ। ਇਹਨਾਂ ਵਿੱਚੋਂ ਦੇਖਣਾਗਾ ਕਿ ਇਹ ਆਪਾਂ ਨੂੰ ਚਾਰ ਆਪਸ਼ਨਾਂ ਦਿੱਤੀਆਂ ਨੇ, ਇਹਨਾਂ ਵਿੱਚੋਂ ਕਿਹੜਾ ਇਹ ਮਤਲਬ ਆਪਸ਼ਨ ਜਿਹੜੀ ਹੈਗੀ ਸਾਡੀ ਫਿੱਟ ਬੈਠਦੀ ਹੈ, ਕਿ ਜਿਹੜੇ ਕਿ ਮੇਨ ਅਸੈਂਸ਼ੀਅਲ ਬੇਸਿਕ ਮਟੀਰੀਅਲ ਹੈਗਾ ਜਿਹੜਾ, ਹੈ ਨਾ, ਲੋੜੀਂਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬੇਸ, ਮਤਲਬ ਬੇਸਿਕ ਮਟੀਰੀਅਲ ਜਿਹਦੇ ਤੋਂ ਬਿਨਾਂ ਨਹੀਂ ਸਰਦਾ ਹੈਗਾ ਸਕੂਲ ਦੇ ਵਿੱਚ ਜਾਂ ਕਲਾਸਰੂਮ। ਫਸਟ ਆਪਸ਼ਨ ਹੈ ਮੈਟਸ, ਬੈਂਚਿਸ, ਚੇਅਰਸ। ਸੈਕੰਡ ਚਾਰਟਸ, ਮੋਡਲਸ, ਪਿਕਚਰਸ। थर्ड है टॉयलेट्स, क्लीन ड्रिंकिंग वाटर। फोर्थ है लैंग्वेज कार्ड्स, टेप रिकॉर्डर, पोस्टर्स। ठीक है, तो इन्होंने चारों विचों वेखना असी ने किहड़ियां कि ज़्यादा लोड़ींदियां नेगियां जिहड़ियां बेसिक मटीरियल हुंदा साडा। कहंदे पहली ऑप्शन की कहंदी इन्हां दी 1 एंड 4th, मतलब मैट, बेंचेस, चेयर्स, तो 4th की लैंग्वेज कार्ड्स, टेप रिकॉर्डर वगैरह आ गई। ठीक है, सैकेंड ऑप्शन कहती है कि फस्ट एंड सैकेंड, ये की कहता है मैट्स, बेंचेस, चेयर्स,
ਚਾਰਟਸ ਮॉडल्स एंड पिक्चर्स भी ये बेसिक स्किल सॉरी मटीरियल ने साडे। ਜਾਂ ਫਿਰ ਥਰਡ ਆਪਸ਼ਨ ਕੀ ਕਹਿੰਦੀ ਹੈ, ਸੈਕਿੰਡ ਐਂਡ ਥਰਡ ਇਹਦੇ ਵਿੱਚ ਆਏ ਨੇ ਚਾਰਟਸ ਮॉडल्स ਪਿਕਚਰਸ ਟਾਇਲਟ ਕਲੀਨ ਡਰਿੰਕਿੰਗ ਵਾਟਰ, ਠੀਕ ਹੈ। ਜਾਂ ਫਿਰ ਫੋਰਥ ਆਪਸ਼ਨ ਹੈ ਜਿਹੜੀ ਉਹ ਸਾਡੀ ਕਹਿੰਦੀ ਕਿ ਸੈਕਿੰਡ ਤੇ ਫੋਰਥ ਇਹਦੇ ਵਿੱਚ ਚਾਰਟਸ ਮॉडल्स ਐਂਡ ਪਿਕਚਰਸ ਲੈਂਗੁਏਜ ਕਾਰਡਸ ਟੇਪ ਰਿਕਾਰਡਰਸ ਤੇ ਪੋਸਟਰਸ। ਇਹਨਾਂ ਵਿੱਚੋਂ ਅਸੀਂ ਵੇਖਣਾ ਕਿ ਇਹਨਾਂ ਕਿਹੜੀ ਜਿਹੜੀ ਹੈਗੀ ਇਹਦੇ ਵਿੱਚੋਂ ਮੇਨ ਬੇਸਿਕ ਸਕਿੱਲ ਆ ਜਾਂਦੀ ਹੈ, ਠੀਕ ਹੈ। ਤਾਂ ਇਹਦੇ ਵਿੱਚ ਆਪਣੀ ਆਪਸ਼ਨ ਆਊਗੀ ਜੀ ਸੈਕਿੰਡ ਆਪਸ਼ਨ ਠੀਕ ਆਉਣੀ ਹੈ। ਵੈਸੇ ਸੈਕਿੰਡ ਆਪਸ਼ਨ ਦੀ ਗਲਤ ਆਈ ਪਈ ਹੈ, ਠੀਕ ਹੈ। ਸੈਕਿੰਡ ਨਹੀਂ, ਇੱਥੇ ਥਰਡ ਆਊਗਾ, ਥਰਡ ਆ ਓਕੇ। ਪਹਿਲਾਂ ਮੈਟਸ ਬੈਂਚ ਚੇਅਰ ਹੋਣੀ ਜ਼ਰੂਰੀ ਹੈਗੀ, ਠੀਕ ਹੈ, ਇਹ ਬੇਸਿਕ ਮਟੀਰੀਅਲ ਹੋ ਗਿਆ। ਉਸ ਤੋਂ ਬਾਅਦ ਟਾਇਲਟਸ ਕਲੀਨ ਡਰਿੰਕਿੰਗ ਵਾਟਰ ਹੋਣਾ ਜ਼ਰੂਰੀ ਹੈਗਾ ਨਾ, ਬੇਸਿਕ ਆ ਗਿਆ ਇਹ ਮਟੀਰੀਅਲ। ਜਿਹੜਾ ਆਪਣੇ ਚਾਰਟਸ ਮਾਡਲ ਵਗੈਰਾ ਨੇ ਇਹ ਤਾਂ ਬਾਅਦ ਵਿੱਚ ਆਪਾਂ ਯੂਜ਼ ਕਰ ਦਿਆਂਗੇ ਹੈ ਨਾ, ਸਪਲੀਮੈਂਟਰੀ ਯੂਜ਼ ਕੀਤੇ ਜਾਂਦੇ ਨੇਗੇ, ਹੈਲਪ ਦੇ ਲਈ ਯੂਜ਼ ਕੀਤੇ ਜਾਂਦੇ ਨੇ, ਇਹ ਬੇਸਿਕ ਨਹੀਂ ਹੁੰਦੇ। ਤਾਂ ਫਿਰ ਇਹਦੇ ਵਿੱਚ ਫਸਟ ਐਂਡ ਥਰਡ ਆਊਗੀ। ਫਸਟ ਮੈਟਸ ਵਾਲਾ ਆ ਗਿਆ, ਥਰਡ ਟਾਇਲਟਸ ਐਂਡ ਕਲੀਨ ਡਰਿੰਕਿੰਗ ਵਾਟਰ ਵਾਲਾ ਆ ਗਿਆ, ਓਕੇ। ਤਾਂ ਸਾਡੀ ਜਿਹੜੀ ਹੈਗੀ ਸੈਕਿੰਡ ਆਪਸ਼ਨ ਇਹਦੇ ਵਿੱਚ ਸਹੀ ਬਣ ਜਾਂਦੀ ਆ। ਵਿਚ ਟਾਈਪ ਆਫ ਗ੍ਰਾਮਰ ਲੇਜ਼ ਸਟ੍ਰੈਸ ਔਨ ਫਾਰਮ ਆਫ ਗ੍ਰਾਮਰ। ਇਹਨਾਂ ਦੇ ਵਿੱਚ ਦੇਖਣਾ ਵੀ ਗ੍ਰਾਮਰ ਦੀ ਕਿਹੜੀ ਟਾਈਪ ਹੈ ਜਿਹੜੀ ਕੀ ਹੈਗਾ ਗ੍ਰਾਮਰ ਦੀ ਫਾਰਮ ਦੇ ਉੱਪਰ ਜ਼ਿਆਦਾ ਸਟ੍ਰੈਸ ਦਿੰਦੀ ਹੈਗੀ, ਠੀਕ ਹੈ। ਡਿਡਕਟਿਵ ਸੌਰੀ ਇਹਦੀਆਂ ਆਪਸ਼ਨਸ ਗਲਤ ਦਿੱਤੀਆਂ ਹੋਈਆਂ ਨੇਗੀਆਂ, ਇਸ ਕੁਐਸਚਨ ਦੀਆਂ ਆਪਸ਼ਨ ਗਲਤ ਨੇਗੀਆਂ। ਇਹ ਇੱਥੇ ਆਪਾਂ ਪਹਿਲਾਂ ਆਪਸ਼ਨਾਂ ਇਹਨਾਂ ਨੂੰ ਕੱਟ ਦਿੰਦੇ ਹਾਂ, ਇਹ ਨਹੀਂ ਹੈਗੀਆਂ। डिस्क्रिप्टिव ग्रामर होंगी जी प्रिस्क्रिप्टिव। ग्रामर बोथ वन एंड टू नन ऑफ दीज, ठीक है। तो ये दसना जी ग्रामर हैगी ज़्यादा ग्रामर के रूल्स एंड रेगूलेशनस से ज़्यादा जोर दिता जाता। आप पहला की भी सी डिस्क्रिप्टिव ग्रामर की होंगी है, प्रिस्क्रिप्टिव की होंगी है ना। तो जिहदे ज़्यादा ग्रामर के रूल्स के उपर स्ट्रैस दिता जाता है वो होंगी है प्रिस्क्रिप्टिव ग्रामर। जिहदे ग्रामर को यूज़ करने पर जोर दिता जाता वो होंगी है डिस्क्रिप्टिव। तो सानू पूछा भी यही है ना, उन्होंने फॉर्म ऑफ ग्रामर के उपर ज़्यादा जोर दिता जाता है, तो प्रिस्क्रिप्टिव ग्रामर आऊगी साडी सैकेंड ऑप्शन बनेगी, ठीक है। Next, which method of teaching grammar provides enough pattern practices that ultimately leads to incidentally learning? ਇਹਨਾਂ ਦੇ ਵਿੱਚੋਂ ਕਿਹੜਾ ਮੈਥਡ ਹੈਗਾ ਗ੍ਰਾਮਰ ਦਾ, ਕਹਿੰਦੇ ਗ੍ਰਾਮਰ ਨੂੰ ਟੀਚ ਕਰਨ ਦਾ ਇਹਨਾਂ ਵਿੱਚੋਂ ਕਿਹੜਾ ਮੈਥਡ ਹੈਗਾ ਜਿਹੜਾ ਹਨਾ ਸਾਨੂੰ ਪੈਟਰਨ ਪ੍ਰੋਵਾਈਡ ਕਰਦਾ ਹੈਗਾ ਜਿਹੜਾ ਕਿ ਬੱਚਿਆਂ ਨੂੰ ਅਸੀਂ ਲਰਨਿੰਗ ਦੇ ਵਿੱਚ ਲੀਡ ਕਰ ਪਾਈਏ। ਡਿਡਕਟਿਵ ਮੈਥਡ, ਇੰਡਕਟਿਵ ਮੈਥਡ, ਬੋਥ वन एंड टू नन ऑफ अबव, ठीक है। तो ये कि साडा इंडक्टिव मैथड, ठीक है। सैकेंड ऑप्शन यदि बिल्कुल सही बन जाती है। नैक्सट है विच ऑफ द फॉलोइंग स्टेटमेंट्स इज़ नॉट करैक्ट। इन्होंने देखना कि इन्होंने करैक्ट नहीं किहड़ा सही नहीं है। ड्रामेटाइजेशन ऑलसो इनवॉल्व्स सर्टन सब स्किल्स। कहते जो ड्रामेटाइजेशन ड्रामा होंदा है ना, तो वो भी कहते कई सब स्किल्स आ जांदियां नेगियां उहदे अंडर। रिमैडियल टेस्ट आर क्यूरेटिव। रिमैडियल टेस्ट्स होंदे ने जिहड़े बच्चे का उपचारात्मक टेस्ट लए जांदे ने जिहड़े है ना उन्हां दियां गलतियां नूं प्रॉब्लम्स नूं जिहड़ियां उन्हां नूं क्रिएट क्योर करन दे लई, तो क्यूरेटिव होंदे ने ना, उन्हां दा क्योर कीता जांदा है बच्चों दी प्रॉब्लम्स दा। रिमैडियल टीचिंग डज नॉट कवर विद बोथ रिसैप्शन एंड एक्सप्रैशन ऑब्जेक्टिव्स। जी रिमैडियल टीचिंग होंदी हैगी ये की चीज़ कहते कवर नहीं करती हैगी, ना ही तो रिसैप्टिव जी साडी रिसैप्टिव एक्सप्रैशनस होंदे ने जां जिहड़े साडे सॉरी रिसैप्टिव ऑब्जेक्टिव होंदे ने जां जिहड़े साडे एक्सप्रैसिव ऑब्जेक्टिव होंदे ने उन्हां नूं की दोवां नूं कवर नहीं करती हैगी कहंदे। जां फिर फोर्थ ऑप्शन कहंदी है लिटरेरी एप्रीशिएशन इज़ ऑलसो अ सब स्किल ऑफ ड्रामेटाइजेशन। कहंदे जिहड़ी एक लिटरेरी एप्रीशिएशन मतलब जिवें, ठीक है, वो की होंदी एक सब स्किल हैगी किस चीज़ की, लिटरेरी एप्रीशिएशन है जी वो ड्रामेटाइजेशन की, एक ड्रामा की जी हैगी वो सब स्किल होंदी हैगी, ठीक है। तो असीं देखना ये नॉट करैक्ट वेखना सी सही नहीं है ना, तो साडी थर्ड ऑप्शन हैगी बिल्कुल सही नहीं हैगी क्योंकि वो ये कहते भी कवर नहीं करती हैगी दोवां नूं, ना रिसैप्टिव नूं ना एक्सप्रैसिव नूं, जबकि वो करती होंदी हैगी कवर, ओके, ठीक है। तो साडी थर्ड ऑप्शन आ जाऊगी ये मुताबिक नॉट करैक्ट। In which stage of writing exercise the final product is linguistically determined by the teacher।
ਇਹਨਾਂ ਵਿੱਚੋਂ ਦੇਖਣਾ ਅਸੀਂ ਨੇ ਵੀ ਰਾਈਟਿੰਗ ਦਾ ਇੱਕ ਮਤਲਬ ਕੰਮ ਜਦੋਂ ਚੱਲ ਰਹੀ ਹੁੰਦੀ ਹੈ ਨਾ, ਜਿਹੜੀ ਸਟੇਜ ਤੇ ਲਿਖਣ ਦਾ ਐਕਸਰਸਾਈਜ਼ ਚੱਲ ਰਹੀ ਹੈ, ਤਾਂ ਫਾਈਨਲ ਪ੍ਰੋਡਕਟ ਜਦੋਂ ਬੱਚਾ ਫਾਈਨਲੀ ਲਿਖ ਦਿੰਦਾ ਹੈਗਾ ਪੂਰੀ ਤਰ੍ਹਾਂ ਨਾਲ ਉਹਨੂੰ, ਤਾਂ ਉਹ ਟੀਚਰ ਦੁਆਰਾ ਡਿਟਰਮਾਈਨ ਕੀਤਾ ਜਾਂਦਾ ਹੈਗਾ, ਹੈ ਨਾ। ਤਾਂ ਉਹ ਕੀ ਹੁੰਦਾ ਗਾ, ਕੰਟਰੋਲਡ ਰਾਈਟਿੰਗ ਹੁੰਦੀ ਹੈ, ਗਾਈਡਡ ਰਾਈਟਿੰਗ ਹੁੰਦੀ ਹੈ, ਫ੍ਰੀ ਰਾਈਟਿੰਗ ਹੁੰਦੀ ਹੈ ਜਾਂ ਕ੍ਰੀਏਟਿਵ ਰਾਈਟਿੰਗ ਹੁੰਦੀ ਹੈ। ਤਾਂ ਉਹ ਟੀਚਰ ਦੁਆਰਾ ਜਿਹੜੀ ਮਤਲਬ ਡਿਟਰਮਾਈਨ ਡਿਟਰਮਿਨ ਕੀਤਾ ਜਾਂਦਾ ਗਾ, ਤਾਂ ਉਹ ਸਾਡੀ ਕੰਟਰੋਲਡ ਰਾਈਟਿੰਗ ਹੁੰਦੀ ਹੈ। ਓਕੇ, ਫਸਟ ਆਪਸ਼ਨ ਆਊਗੀ ਇਹਦੇ ਮੁਤਾਬਕ ਸਾਡੀ ਸਹੀ ਬੈਠ ਜਾਂਦੀ ਹੈ। A language teacher should assess the child not basis of his or her, ਠੀਕ ਹੈ। ਇਹਦੇ ਵਿੱਚੋਂ ਕਿਸ ਤਰ੍ਹਾਂ ਨਾਲ ਅਸੈਸ ਕਰਨਾ ਗਾ ਬੱਚੇ ਨੂੰ ਟੀਚਰ ਨੇ, ਕਿਹੜੇ ਬੇਸ ਤੇ। ਫਸਟ ਆਪਸ਼ਨ ਦੇਖਦੇ ਹਾਂ, ਕੰਪਰੀਹੈਂਸ਼ਨ ਆਫ ਵਟ ਹੀ ਔਰ ਸ਼ੀ ਲਿਸਨ ਟੂ ਰੀਡ ਐਂਡ ਰੀਡ। ਬੱਚਾ ਕੀ ਹੈਗਾ, ਬੱਚਾ ਕੀ ਸੁਣ ਰਿਹਾ ਹੈਗਾ ਜਾਂ ਉਹ ਕੀ ਉਹਨੂੰ ਮਤਲਬ ਰੀਡ ਕਰ ਰਿਹਾ ਹੈਗਾ, ਹੈ ਨਾ, ਉਸਨੂੰ ਕਿੰਨਾ ਕੁ ਕੰਪਰੀਹੈਂਡ ਕਰ ਰਿਹਾ ਹੈਗਾ ਬੱਚਾ, ਉਸ ਦੇ ਬੇਸ ਤੇ। ਐਬਿਲਿਟੀ ਟੂ ਐਕਸਪ੍ਰੈਸ ਥਰੂ ਸਪੀਚ ਐਂਡ ਰਾਈਟਿੰਗ, ਜਾਂ ਫਿਰ ਕੀ ਹੈਗਾ ਸਪੀਚ ਦੇ ਥਰੂ ਜਾਂ ਰਾਈਟਿੰਗ ਦੇ ਥਰੂ ਬੱਚਾ ਕੀ ਐਕਸਪ੍ਰੈਸ ਕਰ ਰਿਹਾ ਹੈਗਾ। ਨਾਈਦਰ 1 ਔਰ 2, ਬੋਥ A ਐਂਡ B। ਤਾਂ ਦੇਖਿਆ ਜਦੋਂ ਤਾਂ ਫਿਰ ਕੀ ਹੈਗਾ ਬੱਚੇ ਦੇ, ਉਹ ਬੱਚਾ ਕੀ ਸਮਝ ਰਿਹਾ ਹੈਗਾ, ਕਿੰਨਾ ਕੁ ਉਹ ਮਤਲਬ ਜੋ ਵੀ ਬੱਚੇ ਨੂੰ ਸੁਣਾਇਆ ਗਿਆ ਹੈ ਨਾ, ਬੋਲਿਆ ਗਿਆ ਟੀਚਰ ਦੁਆਰਾ, ਉਹਨੂੰ ਕਿੰਨਾ ਕੁ ਉਹਨੇ ਬੱਚੇ ਨੇ ਕੰਪਰੀਹੈਂਡ ਕੀਤਾ ਹੈਗਾ, ਹੈ ਨਾ, ਜਾਂ ਰੀਡ ਕਰਕੇ ਉਹਨੇ ਕਿੰਨਾ ਕੁ ਕੰਪਰੀਹੈਂਡ ਕੀਤਾ, ਤੇ ਬੱਚੇ ਨੇ ਮਤਲਬ ਆਪਣੇ ਜਿਹੜੇ ਐਬਿਲਿਟੀ ਹੈਗੀ ਉਹਦੀ, ਹੈ ਨਾ, ਐਕਸਪ੍ਰੈਸ਼ਨ ਦੀ, ਆਪਣੇ ਸਪੀਚ ਦੇ ਥਰੂ ਜਾਂ ਆਪਣੀ ਰਾਈਟਿੰਗ ਦੇ ਥਰੂ ਉਹ ਕਿਵੇਂ ਦੀ ਹੈ, ਮਤਲਬ ਉਸ ਤਰ੍ਹਾਂ ਨਾਲ ਅਸੈਸ ਕੀਤਾ ਜਾਂਦਾ ਹੈਗਾ ਬੱਚੇ ਨੂੰ। ਤਾਂ ਸਾਡਾ ਬੋਥ A ਐਂਡ B ਆਪਸ਼ਨ ਆ ਜੋ ਫੋਰਥ ਆਪਸ਼ਨ ਸਹੀ ਬਣਦੀ ਹੈ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਫਾਲਸ, ਇਹਨਾਂ ਦੇ ਵਿੱਚ ਦੱਸਣਾ ਕਿ ਕਿਹੜੀ ਸਟੇਟਮੈਂਟ ਜਿਹੜੀ ਹੈਗੀ ਆ ਉਹ ਗਲਤ ਹੈ ਜੀ। ਵਾਈਲ ਅਸੈਸਿੰਗ ਦ ਚਾਈਲਡ ਵੀ ਮਸਟ ਕੰਪੇਅਰ ਦ ਪਰਫਾਰਮੈਂਸ, ਇੱਥੇ ਹੋਗਾ, ਠੀਕ ਹੈ। ਬੱਚੇ ਨੂੰ ਜਦੋਂ ਅਸੀਂ ਅਸੈਸ ਕਰ ਰਹੇ ਹਾਂਗੇ, ਹੈ ਨਾ, ਉਹਦੀ ਅਸੈਸਮੈਂਟ ਕੀਤੀ ਜਾ ਰਹੀ ਆ, ਤਾਂ ਉਹਦੀ ਪਰਫਾਰਮੈਂਸ ਨੂੰ ਉਸਦੀ ਆਪਣੀ ਪਹਿਲਾਂ ਵਾਲੀ ਪਰਫਾਰਮੈਂਸ ਦੇ ਨਾਲ ਹੀ ਕੰਪੈਰੀਜ਼ਨ ਕਰਨਾ ਚਾਹੀਦਾ, ਕਿਸੇ ਹੋਰ ਦੇ ਨਾਲ ਨਹੀਂ, ਠੀਕ ਹੈ। ਵਨ ਐਕਟੀਵਿਟੀ ਕੈਨ ਨਾਟ ਬੀ ਯੂਟੀਲਾਈਜ਼ਡ ਫॉर ਅਸੈਸਿੰਗ ਮੈਨੀ ਐਬਿਲਿਟੀਜ਼, ਕਹਿੰਦੇ ਇਹਦੇ ਵਿੱਚ ਕੀ ਕਿਹਾ ਜਾਂਦਾ ਹੈਗਾ, ਕਹਿੰਦੇ ਸਿਰਫ ਇੱਕ ਜਿਹੜੀ ਐਕਟੀਵਿਟੀ ਹੈਗੀ ਉਹਦੇ ਨਾਲ ਹੀ ਜਿਹੜੀ ਬਹੁਤ ਸਾਰੀਆਂ ਐਬਿਲਿਟੀਜ਼ ਨੂੰ ਅਸੈਸ ਨਹੀਂ ਕੀਤਾ ਜਾ ਸਕਦਾ ਹੈਗਾ। ਜਾਂ ਫਿਰ ਥਰਡ ਹੈ, ਐਟ ਪ੍ਰਾਇਮਰੀ ਲੈਵਲ ਫਲੂਐਂਸੀ ਟੇਕਸ ਪ੍ਰੀਸੈਂਡੈਂਸ ਓਵਰ ਐਕੂਰੈਂਸੀ, ਕਹਿੰਦੇ ਜਿਹੜੀ ਮਤਲਬ ਪ੍ਰਾਇਮਰੀ ਲੈਵਲ 'ਤੇ ਕੀ ਹੁੰਦਾ ਗਾ, ਐਕੂਰੈਂਸੀ ਤੋਂ ਪਹਿਲਾਂ ਕੀ ਹੁੰਦੀ ਹੈ, ਫਲੂਐਂਸੀ ਲਈ ਜਾਂਦੀ ਹੈਗੀ, ਠੀਕ ਹੈ। ਜਾਂ ਫਿਰ ਫੋਰਥ ਆਪਸ਼ਨ ਕੀ ਕਹਿੰਦੀ ਹੈ, ਆਬਜ਼ਰਵੇਸ਼ਨ ਇਜ਼ ਦਾ ਇਨਫੋਰਮਲ ਵੇਜ਼ ਆਫ ਅਸੈਸਮੈਂਟ, ਅਸੈਸਮੈਂਟ ਦਾ ਇਨਫੋਰਮਲ ਵੇ ਹੁੰਦਾ ਗਾ, ਉਹ ਕਿਹੜਾ ਹੁੰਦਾ, ਕਹਿੰਦੇ ਆਬਜ਼ਰਵੇਸ਼ਨ ਹੁੰਦੀ ਹੈਗੀ, ਠੀਕ ਹੈ। ਤਾਂ ਸਾਡੀ ਅਸੀਂ ਫਾਲਸ ਦੇਖਣਾਗਾ, ਤਾਂ ਇਹਨਾਂ ਦੇ ਮੁਤਾਬਕ ਨਾ ਸੈਕੰਡ ਆਪਸ਼ਨ ਇਹਨਾਂ ਨੇ ਲਗਾਈ ਹੋਈ ਹੈਗੀ, ਠੀਕ ਹੈ, ਕਿ ਜਿਹੜੀ ਹੈਗੀ ਉਹ ਫਾਲਸ ਹੈਗੀ। ਓਕੇ, ਨੈਕਸਟ ਹੈ, ਵਿਚ ਆਫ ਦਾ ਫੋਲੋਇੰਗ ਸਿਸਟਮਸ ਆਫ ਲੈਂਗੁਏਜ ਇਜ਼ ਟੋਟਲੀ ਰੂਲ ਬਾਉਂਡ, ਇਹਨਾਂ ਦੇ ਵਿੱਚੋਂ ਕਿਹੜਾ ਸਿਸਟਮ ਹੈਗਾ ਲੈਂਗੁਏਜ ਦਾ ਜਿਹੜਾ ਕਿ ਪੂਰੀ ਤਰ੍ਹਾਂ ਨਾਲ ਰੂਲਸ ਦੇ ਵਿੱਚ ਬੱਝਿਆ ਹੋਇਆ ਹੈਗਾ। ਦ ਸਾਊਂਡ ਸਿਸਟਮ, ਦ ਵਰਡ ਫਾਰਮੇਸ਼ਨ ਸਿਸਟਮ, ਦ ਸੈਂਟੈਂਸ ਸਟਰਕਚਰ ਸਿਸਟਮ, ਜਾਂ ਆਲ ਆਫ ਦੀ ਅਬਵ। ਤਾਂ ਇਹਦੀ ਫੋਰਥ ਆਪਸ਼ਨ ਆਏਗੀ ਬਿਲਕੁਲ ਆਲ ਆਫ ਦੀ ਅਬਵ। ਜਿਹੜੇ ਚਾਰੋਂ ਪਿਛਲੇ ਤਿੰਨ ਜਿਹੜੇ ਸਾਡੇ ਸਿਸਟਮਸ ਨੇ, ਸਾਊਂਡ ਸਿਸਟਮ ਹੋ ਗਿਆ, ਵਰਡ ਫਾਰਮੇਸ਼ਨ ਸਿਸਟਮ ਹੋ ਗਿਆ, ਸੈਂਟੈਂਸ ਸਟਰਕਚਰ ਸਿਸਟਮ ਹੋ ਗਿਆ, ਇਹ ਤਿੰਨੋਂ ਹੀ ਜਿਹੜੇ ਹੈਗੇ ਨੇਗੇ ਉਹ ਕੀ ਹੈਗਾ, ਰੂਲ ਦੇ ਵਿੱਚ ਬੱਝੇ ਹੋਏ ਨੇ, ਇੱਕ ਤਰ੍ਹਾਂ ਨਾਲ ਬੌਂਡ ਨੇਗੇ। ਨੈਕਸਟ ਕੁਐਸਚਨ ਹੈ ਜੀ, ਔਰਲ ਟੈਸਟਸ ਕੈਨ ਬੀ, ਔਰਲ ਟੈਸਟ ਕੀ ਹੋ ਸਕਦੇ ਨੇ, ਫਾਰਮਲ ਵੀ ਹੋ ਸਕਦੇ ਨੇ, ਇਨਫਾਰਮਲ ਵੀ ਹੋ ਸਕਦੇ ਨੇ, ਜਾਂ ਦੋਨੋਂ ਹੀ ਨਹੀਂ ਹੋ ਸਕਦੇ, ਜਾਂ ਦੋਨੋਂ ਹੀ ਆ। ਤਾਂ ਔਰਲ ਟੈਸਟ ਕੋਈ ਵੀ ਹੋ ਸਕਦੇ ਨੇ, ਫਾਰਮਲ ਵੀ, ਇਨਫਾਰਮਲ ਵੀ, ਠੀਕ ਹੈ, ਬੋਥ 1 ਐਂਡ 2 ਆਊਗਾ ਆਨਸਰ ਇਹਦਾ। ਨੈਕਸਟ ਦੇਖੋ ਜੀ, ਦ ਮੋਸਟ ਸਟੇਬਲ ਫੀਚਰ ਆਫ ਲੈਂਗੁਏਜ ਇਜ਼, ਇਹਨਾਂ ਦੇ ਵਿੱਚੋਂ ਲੈਂਗੁਏਜ ਦਾ ਸਭ ਤੋਂ ਜ਼ਿਆਦਾ ਸਟੇਬਲ ਫੀਚਰ ਕਿਹੜਾ ਹੋ ਗਿਆ, ਕਹਿੰਦੇ ਲੈਂਗੁਏਜ ਦਾ, ਠੀਕ ਹੈ। ਸਾਊਂਡਸ, ਸੈਂਟੈਂਸ ਸਟਰਕਚਰਸ, ਗ੍ਰਾਮਰ, ਜਾਂ ਵੋਕੈਬਲਰੀ। ਤਾਂ ਇਹਨਾਂ ਦਾ ਆਨਸਰ ਕਿਹੜਾ ਸਾਡਾ A ਆਪਸ਼ਨ ਬਣੇਗੀ ਜੀ, ਜਿਹੜਾ ਸਾਊਂਡ ਹੈਗਾ ਉਹ ਸਟੇਬਲ ਫੀਚਰ ਹੁੰਦਾ ਹੈਗਾ ਲੈਂਗੁਏਜ ਦਾ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਸਿਨੋਨੀਅਮ ਆਫ ਐਕਸਟੈਂਸਿਵ ਰੀਡਿੰਗ, ਐਕਸਟੈਂਸਿਵ ਰੀਡਿੰਗ ਦਾ ਸਿਨੋਨੀਅਮ ਕਿਹੜਾ ਹੈਗਾ, ਸਿਨੋਨੀਅਮ ਕੀ ਹੁੰਦਾ ਹੈਗਾ, ਆਪਾਂ ਜਿਹਨੂੰ ਕਹਿੰਦੇ ਸਮਾਨਾਰਥੀ, ਠੀਕ ਹੈ। ਲਾਇਬ੍ਰੇਰੀ ਰੀਡਿੰਗ, ਲਾਇਬ੍ਰੇਰੀ ਰੀਡਿੰਗ ਕੀ ਹੁੰਦੀ, ਐਕਸਟੈਂਸਿਵ ਕਿਹੜੀ ਹੁੰਦੀ, ਜਿਹੜੀ ਅਸੀਂ ਪਲੇਜ਼ਰ ਲਈ ਪੜ੍ਹਦੇ ਹਾਂ, ਆਪਣੇ ਖੁਸ਼ੀ ਲਈ, ਠੀਕ ਹੈ, ਕਿਸੇ ਦਬਾਅ ਹੇਠ ਆ ਕੇ ਨਹੀਂ ਪੜ੍ਹਦੇ ਜਿਹੜੀ। ਤਾਂ ਜਿਹੜੀ ਲਾਇਬ੍ਰੇਰੀ ਰੀਡਿੰਗ ਹੈ ਇਹ ਕੀ ਹੁੰਦਾ, ਇਹ ਵੀ ਤਾਂ ਆਪਣੇ ਆਪ ਹੀ ਅਸੀਂ ਖੁਦ ਪੜ੍ਹਦੇ ਹੈਗੇ, ਹੈ ਨਾ। ਸੈਕੰਡ ਕੀ ਹੈ, ਸਪਲੀਮੈਂਟਰੀ ਰੀਡਿੰਗ,
ਥਰਡ ਇੰਡੀਪੈਂਡੈਂਟ ਸਾਇਲੈਂਟ ਰੀਡਿੰਗ, ਆਪਣੇ ਆਪ ਜਿਹੜੀ ਸਾਇਲੈਂਟ ਰੀਡਿੰਗ ਕਰਦੇ ਹਾਂ ਅਸੀਂ, ਆਲ ਆਫ ਦੀ ਅਬਵ। ਤਾਂ ਇਹਦੇ ਵਿੱਚ ਕੀ ਹੈ, ਅਸੀਂ ਨੇ ਸਿਨੋਨੀਮ ਵੇਖਣਾ ਸੀ ਐਕਸਟੈਂਸਿਵ ਰੀਡਿੰਗ ਦਾ, ਤਾਂ ਚਾਰੋਂ ਹੀ ਬਣੀ ਜਾਂਦੇ ਨੇ, ਤਿੰਨੋਂ ਆਪਸ਼ਨਾਂ ਸਹੀ ਨੇਗੀਆਂ, ਤਾਂ ਸਾਡੀ ਫੋਰਥ ਆਪਸ਼ਨ ਆ ਜਾਏਗੀ ਆਲ ਆਫ ਦੀ ਅਬਵ। ਹਾਂਜੀ, ਲਾਸਟ ਕੁਐਸਚਨ ਅੱਜ ਦਾ ਆਪਣਾ, that the same word changes the meaning of word if uttered differently refers to which level of meaning of words। ਠੀਕ ਹੈ, ਇਹਨਾਂ ਵਿੱਚੋਂ ਦੱਸਿਆ ਕਹਿੰਦੇ ਜਿਹੜਾ ਜੇ ਇੱਕ ਸ਼ਬਦ ਨੂੰ ਅਸੀਂ ਅਲੱਗ-ਅਲੱਗ ਤਰੀਕੇ ਨਾਲ ਬੋਲਦੇ ਆਂਗੇ ਤਾਂ ਉਹਦਾ ਮੀਨਿੰਗ ਚੇਂਜ ਹੋ ਜਾਂਦਾ ਹੈਗਾ। ਤਾਂ ਇਹ ਕਿਸ ਲੈਵਲ ਦੀ ਮਤਲਬ ਮੀਨਿੰਗ ਦੀ ਗੱਲ ਕੀਤੀ ਜਾਂਦੀ ਆ, ਵੀ ਜੇ ਅਸੀਂ ਇੱਕ ਸ਼ਬਦ ਨੂੰ ਕਿਸੇ ਅਲੱਗ ਤਰੀਕੇ ਨਾਲ ਬੋਲਦੇ ਆਂਗੇ ਤਾਂ ਉਹਦਾ ਹੋਰ ਮੀਨਿੰਗ ਅਲੱਗ ਨਾਲ ਬੋਲਦੇ ਤਾਂ ਉਹਦਾ ਹੋਰ ਮੀਨਿੰਗ ਨਿਕਲਦਾ ਹੈਗਾ। ਠੀਕ ਹੈ, ਤਾਂ ਅਸੀਂ ਆਪਸ਼ਨਸ ਦੇਖਦੇ ਹਾਂ। ਫਸਟ ਆਪਸ਼ਨ ਹੈ ਲੈਕਸੀਕਲ ਮੀਨਿੰਗ, ਸੈਕੰਡ ਸਿੰਟੈਕਟੀਕਲ ਮੀਨਿੰਗ, ਇੰਟੋਨੇਸ਼ਨਲ ਮੀਨਿੰਗ ਜਾਂ ਫਿਰ ਮੋਰਫੋਲੋਜੀਕਲ ਮੀਨਿੰਗ। ਤਾਂ ਇਹਦਾ ਕੀ ਆਊਗਾ ਆਨਸਰ ਸਾਡਾ ਇੰਟੋਨੇਸ਼ਨਲ ਮੀਨਿੰਗ ਆਊ। ਜਿੱਦਾਂ ਦੀ ਸਾਡੀ ਇੰਟੋਨੇਸ਼ਨ ਹੋਊਗੀ ਹੈ ਨਾ, ਅਸੀਂ ਬੋਲਾਂਗੇ, ਜਿਵੇਂ ਇਹ ਕੰਬਾਈਨ ਕਰਨਾ ਸੀ, ਅਲੱਗ-ਅਲੱਗ ਨਹੀਂ ਹੈਗਾ, ਇਹ ਸਾਰਾ ਸੇਮ ਹੈਗਾ। ਠੀਕ ਹੈ, ਇਕੱਠਾ ਹੀ ਹੈ ਇਹ ਸਾਰਾ। ਤਾਂ ਜਿੱਦਾਂ ਅਸੀਂ ਉਹਨੂੰ ਜਿਹੜੀ ਟੋਨ ਦੇ ਵਿੱਚ ਬੋਲਾਂਗੇ ਅਲੱਗ ਤਰ੍ਹਾਂ ਨਾਲ ਉਹਦਾ ਫਿਰ ਕੀ ਹੈਗਾ ਮੀਨਿੰਗ ਨਿਕਲੇਗਾ, ਹੈ ਨਾ। ਤਾਂ ਥਰਡ ਆਪਸ਼ਨ ਇਹਦੀ ਸਹੀ ਬਣ ਜਾਂਦੀ ਹੈ ਜੀ। ਓਕੇ, ਅੱਜ ਦੇ ਆਪਣੇ ਕੁਐਸਚਨ ਖਤਮ ਹੁੰਦੇ ਨੇ। 15 ਕੁਐਸਚਨ ਸੀ ਜਿਹੜੇ ਫਰਵਰੀ ਵਾਲਾ ਪੇਪਰ ਕੀਤਾ ਆਪਾਂ ਨੇ, ਤੇ ਆਈ ਹੋਪ ਕਿ ਤੁਹਾਨੂੰ ਵਧੀਆ ਸਮਝ ਵੀ ਆਏ ਹੋਣਗੇ ਤੇ ਨੰਬਰ ਵੀ ਵਧੀਆ ਆਏ ਹੋਣਗੇ ਤੁਹਾਡੇ। ਥੈਂਕ ਯੂ। ਅੱਗੇ ਆਪਾਂ ਕਰਾਂਗੇ ਕੰਟੀਨਿਊ ਕਲਾਸ ਆਪਣੀ।